ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਮਾਤ ਭਾਸ਼ਾ ਵਾ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਭੁੱਲਦੀ ਜਾਂਦੀ ਕਿਤੇ ਕਿਤੇ। ਤੁਸੀਂ ਕਿਹੜੀ ਭਾਸ਼ਾਵਾਂ ਤੁਸੀਂ ਗਿਆਨ ਰੱਖਦੇ ਹੋ? ਦਾਦਾ ਜੀ ਮੇਰੇ 47 ਵੇਲੇ ਦੇ ਸੱਚੇ ਸੌਦੇ ਰਹਿੰਦੇ ਸੀ ਚੂੜਖਾਨੇ। ਸਾਡੀ ਅੱਜ ਵੀ ਹਵੇਲੀ ਉੱਥੇ ਵਸਦੀ ਹੈ। ਅਤੇ ਜਦ ਦਾਦਾ ਜੀ ਆਪਣੇ ਘਰ ਉਰਦੂ ਦੇ ਕੁਛ ਅਲਫਾਜ਼ ਜਾਂ ਹਰਫ ਲਿਖਦੇ ਸੀ ਅਤੇ ਨੁਕਤੇ ਬਿਆਨ ਕਰਦੇ ਸੀ, ਅਤੇ ਉਸ ਨੁਕਤੇ ਬਿਆਨੀ, ਹਰਫੇ ਬਿਆਨੀ ਅਤੇ ਤਰਜ਼ੇ ਬਿਆਨੀ ਤੋਂ ਮੈਂ ਇਹ ਬੜਾ ਖਿਆਲ ਕੀਤਾ ਕਿ ਇਹ ਜਿਹੜੀ ਭਾਸ਼ਾ ਹੈ ਇਹ ਇਕੱਲੀ ਮੁਸਲਮਾਨਾਂ ਦੀ ਭਾਸ਼ਾ ਨਹੀਂ, ਇਹ ਸਾਡੇ ਪੰਜਾਬ ਦੀ ਭਾਸ਼ਾ ਹੈ। शमा हक से जो मुनव्वर ना हो वो ये महफिल न थी, शमा हक से जो मुनव्वर ना हो वो ये महफिल न थी, बारिशें बहुत हुई पर ज़मीं काबिल न थी। ਤੇ ਭਾਸ਼ਾ ਦੀ ਕੋਈ ਵੀ ਸੀਮਾ ਨਹੀਂ ਹੁੰਦੀ, ਭਾਸ਼ਾ ਦਾ ਕੋਈ ਵੀ ਮਜ਼ਹਬ ਨਹੀਂ ਹੁੰਦਾ। ਇਸੇ ਕਰਕੇ ਮੈਨੂੰ ਪ੍ਰੇਰਨਾ ਮਿਲੀ ਕਿ ਇਹ ਸਾਡੇ ਵੱਡਿਆਂ ਵਡੇਰਿਆਂ ਦੀ ਪੁਰਖਿਆਂ ਦੀ ਭਾਸ਼ਾ, ਰਾਜਿਆਂ ਦੀ ਭਾਸ਼ਾ ਹੈ। ਇਹਨੂੰ ਅਸੀਂ ਰਾਜਸੀ ਭਾਸ਼ਾ ਕਹਾਂਗੇ। ਉਰਦੂ, ਫਾਰਸੀ ਅਤੇ ਅਰਬੀ ਨੂੰ, ਅਰਬ ਦੇਸ਼ ਦੀ ਅਰਬੀ ਜੋ ਇਸਲਾਮ ਤੋਂ ਚੱਲੀ ਹੈ। ਅਤੇ ਇਹ ਜਿਹੜੀਆਂ ਭਾਸ਼ਾਵਾਂ ਨੇ ਇਹਨਾਂ ਦਾ ਮੈਂ ਕੁਛ ਇਲਮ ਹਾਸਲ ਕੀਤਾ। ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਸਿੱਖਦਿਆਂ ਨੂੰ, ਚਾਹੇ ਉਰਦੂ ਆ ਜਾਂ ਫਾਰਸੀ? ਕਿੰਨਾ ਕੁ ਤਾਲੀਮ ਹਾਸਲ ਕੀਤੀ? ਅਤੇ ਕਹਿੰਦੇ ਵੀ ਹਰ ਇੱਕ ਤਾਲੀਮ ਹਾਸਲ ਕਰਨ ਵਾਸਤੇ ਕੋਈ ਗੁਰੂ ਬਹੁਤ ਜ਼ਰੂਰੀ ਹੁੰਦਾ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਤੁਹਾਡਾ ਕੌਣ ਗੁਰੂ ਸੀ? ਅੱਜ ਵੀ ਮੈਂ ਮੁਕੰਮਲ ਨਹੀਂ ਹਾਂ, ਕਿਉਂਕਿ ਭਾਸ਼ਾ ਦੀ ਜਿਹੜਾ ਸਮੁੰਦਰ ਹੈ ਨਾ, ਉਹਦੇ ਵਿੱਚੋਂ ਕੋਈ ਬੂੰਦ ਵੀ ਚੁੱਕ ਲਵੇ ਅਤੇ ਉਹ ਵੀ ਨਹੀਂ ਪੂਰੀ ਪੈਂਦੀ, ਉਹ ਵੀ ਘੱਟ ਆ। ਫਾਰਸੀ 'ਚ ਜਾਂ ਉਰਦੂ 'ਚ ਰੱਬ ਦਾ ਨਾਂ ਲੈਣਾ ਹੋਵੇ, ਰੱਬ ਨੂੰ ਯਾਦ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਯਾਦ ਕਰਦੇ ਹੋ? ਫਾਰਸੀ ਦੇ ਵਿੱਚ ਦੇਖੋ, ਗੁਰੂ ਨਾਨਕ ਸਾਹਿਬ ਨੇ ਇੱਕ ਬਾਣੀ ਦੇ ਵਿੱਚ ਤੁਕ ਲਿਖੀ ਹੈ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਿਗਾਰ। ਭਾਸ਼ਾ ਦੇ ਕਰਕੇ ਭਗਤ ਸਿੰਘ ਹੋਰੀ ਕੁਰਬਾਨ ਹੋ ਗਏ, ਭਾਸ਼ਾ ਦੇ ਕਰਕੇ ਲੜੇ, ਆਪਣੀ ਮਾਤ ਭਾਸ਼ਾ ਕਰਕੇ ਲੜੇ, ਤੇ ਉਸ ਮਾਤ ਭਾਸ਼ਾ ਨੂੰ ਅੱਜ ਵੀ ਬਚਾਉਣ ਦੀ ਲੋੜ ਹੈ। के लिए कुछ खास दिल मखसूस होते हैं, ये वो नगमा है जो हर साज पे गाया नहीं जाता, मोहब्बत असल में वो मखमूरे हकीकत है जो समझ में आ गया है मगर समझाया नहीं जाता। ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਜਿੱਥੇ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਾਡੀ ਪੰਜਾਬੀ ਭਾਸ਼ਾ ਨੂੰ ਭੁੱਲਦੀ ਜਾ ਰਹੀ ਆ, ਉੱਥੇ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਇੱਕ ਨੌਜਵਾਨ ਨਾਲ ਮਿਲਾਵਾਂਗੇ ਜਿਸ ਦਾ ਨਾਮ ਮਨਪ੍ਰੀਤ ਸਿੰਘ ਹੈ, ਅਤੇ ਉਹ ਪੰਜਾਬੀ ਭਾਸ਼ਾ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਗੁਰਮੁਖੀ ਆ ਜਾਂ ਸਾਡੀਆਂ ਹੋਰ ਭਾਸ਼ਾਵਾਂ ਨੂੰ ਬੜੀ ਚੰਗੀ ਤਰ੍ਹਾਂ ਜਿਹੜਾ ਜਾਣਦਾ ਵਾ। ਗੱਲਬਾਤ ਕਰਾਂਗੇ ਇਸ ਨੌਜਵਾਨ ਦੇ ਨਾਲ। ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ। ਬਹੁਤ ਸ਼ੁਕਰੀਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਇੱਕ ਸ਼ੇਰ ਦੇ ਨਾਲ ਸ਼ੁਰੂਆਤ ਕਰਨਾ ਚਾਹਾਂਗਾ। ਜੋ ਸ਼ਹਿਰ ਕੀ ਖਬਰ ਰੱਖਤੇ हैं अक्सर, जो शहर की खबर रखते हैं अक्सर, आज हमारी खबर पूछने आए हैं। तो मैं ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਮਨਪ੍ਰੀਤ ਜੀ, ਸ਼ੁਰੂਆਤ ਕਰੀਏ ਅਸੀਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਮਾਤ ਭਾਸ਼ਾ ਵਾ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਭੁੱਲਦੀ ਜਾਂਦੀ ਕਿਤੇ ਕਿਤੇ। ਤੁਸੀਂ ਕਿਹੜੀ ਭਾਸ਼ਾਵਾਂ ਤੁਸੀਂ ਗਿਆਨ ਰੱਖਦੇ ਹੋ ਅਤੇ ਸਾਡੇ ਦਰਸ਼ਕਾਂ ਨਾਲ ਕੀ ਸਾਂਝੀ ਕਰੋ ਗੱਲਬਾਤ ਅੱਜ? ਜੀ ਦੇਖੋ, ਜਿਹੜੀਆਂ ਭਾਸ਼ਾ ਦਾ ਇਲਮ ਜਿਹੜਾ ਮੈਨੂੰ ਮਿਲਿਆ ਕਿ ਕਿਤੋਂ ਇਲਹਾਮ ਹੋਇਆ, ਕੁਛ ਉੱਪਰੋਂ ਹੋਇਆ, ਕੁਛ ਮੈਂ ਵੱਡੇ ਵਡੇਰਿਆਂ ਤੋਂ ਪ੍ਰੇਰਨਾ ਲਈ ਹੈ। ਦਾਦਾ ਜੀ ਮੇਰੇ 47 ਵੇਲੇ ਦੇ ਸੱਚੇ ਸੌਦੇ ਰਹਿੰਦੇ ਸੀ ਚੂੜਖਾਨੇ। ਸਾਡੀ ਅੱਜ ਵੀ ਹਵੇਲੀ ਉੱਥੇ ਵਸਦੀ ਹੈ। ਅਤੇ ਜਦ ਦਾਦਾ ਜੀ ਆਪਣੇ ਘਰ ਉਰਦੂ ਦੇ ਕੁਛ ਅਲਫਾਜ਼ ਜਾਂ ਹਰਫ ਲਿਖਦੇ ਸੀ ਅਤੇ ਨੁਕਤੇ ਬਿਆਨ ਕਰਦੇ ਸੀ, ਅਤੇ ਉਸ ਨੁਕਤੇ ਬਿਆਨੀ, ਹਰਫੇ ਬਿਆਨੀ ਅਤੇ ਤਰਜ਼ੇ ਬਿਆਨੀ ਤੋਂ ਮੈਂ ਇਹ ਬੜਾ ਖਿਆਲ ਕੀਤਾ ਕਿ ਇਹ ਜਿਹੜੀ ਭਾਸ਼ਾ ਹੈ ਇਹ ਇਕੱਲੀ ਮੁਸਲਮਾਨਾਂ ਦੀ ਭਾਸ਼ਾ ਨਹੀਂ, ਇਹ ਸਾਡੇ ਪੰਜਾਬ ਦੀ ਭਾਸ਼ਾ ਹੈ। ਜਦ ਵੰਡੀਆਂ ਪਈਆਂ, ਵੰਡੀਆਂ ਇਨਸਾਨ ਨੇ ਪਾਈਆਂ। ਕਦੀ ਵੀ ਦੇਖੋ, ਜਿੰਨੇ ਵੀ ਅਵਤਾਰੀ ਪੁਰਸ਼ ਆਏ ਆ ਜਾਂ ਦਾਰਸ਼ਨਿਕ ਆਏ ਆ, ਉਹਨਾਂ ਨੇ ਸਾਰਿਆਂ ਨੂੰ ਇੱਕ ਜੋੜਨ ਦੀ ਗੱਲ ਕੀਤੀ ਹੈ। ਅਤੇ ਭਾਸ਼ਾ ਦੀ ਕੋਈ ਵੀ ਸੀਮਾ ਨਹੀਂ ਹੁੰਦੀ, ਭਾਸ਼ਾ ਦਾ ਕੋਈ ਵੀ ਮਜ਼ਹਬ ਨਹੀਂ ਹੁੰਦਾ। ਇਸੇ ਕਰਕੇ ਮੈਨੂੰ ਪ੍ਰੇਰਨਾ ਮਿਲੀ ਕਿ ਇਹ ਸਾਡੇ ਵੱਡਿਆਂ ਵਡੇਰਿਆਂ ਦੀ ਪੁਰਖਿਆਂ ਦੀ ਭਾਸ਼ਾ, ਰਾਜਿਆਂ ਦੀ ਭਾਸ਼ਾ ਹੈ। ਇਹਨੂੰ ਅਸੀਂ ਰਾਜਸੀ ਭਾਸ਼ਾ ਕਹਾਂਗੇ। ਉਰਦੂ, ਫਾਰਸੀ ਅਤੇ ਅਰਬੀ ਨੂੰ, ਅਰਬ ਦੇਸ਼ ਦੀ ਅਰਬੀ ਜੋ ਇਸਲਾਮ ਤੋਂ ਚੱਲੀ ਹੈ। ਅਤੇ ਇਹ ਜਿਹੜੀਆਂ ਭਾਸ਼ਾਵਾਂ ਨੇ ਇਹਨਾਂ ਦਾ ਮੈਂ ਕੁਛ ਇਲਮ ਹਾਸਲ ਕੀਤਾ।
ਇਹ ਗੱਲ ਕਰੀ ਮਨਪ੍ਰੀਤ ਜੀ, ਰੁਚੀ ਕਿਸ ਤਰ੍ਹਾਂ ਬਣੀ ਨੇ ਥੋੜ੍ਹਾ ਦੱਸ ਦਿਓ। ਅਸੀਂ ਦੇਖਦੇ ਵੀ ਅੱਜ ਕੱਲ੍ਹ ਦੇ ਜਿਵੇਂ ਲੋਕ ਨੌਜਵਾਨ ਜਾਂ ਕਹ ਲਓ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵੱਲ ਤੁਰੀ ਜਾਂਦੀ ਆ। ਜੇ ਕੋਈ ਪੰਜਾਬੀ ਬੋਲਦਾ ਤੇ ਆਪਣੇ ਆਪ ਨੂੰ ਲੋਕ ਸਮਝਦੇ ਨੇ ਵੀ ਇਹ ਯਾਰ ਬੰਦਾ ਪੰਜਾਬੀ ਬੋਲਦਾ, ਇਹ ਪੜ੍ਹਿਆ ਲਿਖਿਆ ਨਹੀਂ ਸਮਝਦੇ ਲੋਕ ਆਪਣੇ ਆਪ ਨੂੰ। ਤੇ ਤੁਸੀਂ ਇਸ ਫਾਰਸੀ ਜਾਂ ਉਰਦੂ ਦੀ ਭਾਸ਼ਾ ਨੂੰ ਕਿਸ ਤਰ੍ਹਾਂ ਤੁਸੀਂ ਗਿਆਨ ਲਿਆ, ਤੁਹਾਡੇ ਜਹਿਨ 'ਚ ਕਿਸ ਤਰ੍ਹਾਂ ਚੀਜ਼ ਆਈ? ਜੀ ਦੇਖੋ ਜੀ, ਇਸ ਜਿਹੜੀ ਫਾਰਸੀ ਜਿਹੜੀ ਉਰਦੂ ਭਾਸ਼ਾ ਦਾ ਇਲਮ ਦੇ ਗਿਆਤਾ ਨੇ ਉਹ ਸਾਡੇ ਅਵਤਾਰੀ ਪੁਰਸ਼ ਨੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇੱਕ ਖਤ ਲਿਖਿਆ ਜਿਸ ਨੂੰ ਗੁਰਬਾਣੀ ਦਾ ਰੂਪ ਵੀ ਦਿੱਤਾ ਕਿ ਔਰੰਗਜ਼ੇਬ ਨੇ ਜਿਹੜੇ ਜ਼ੁਲਮ ਕਮਾਏ। ਦੇਖੋ, ਔਰੰਗਜ਼ੇਬ ਨੇ ਤਲਵਾਰ ਚੁੱਕ ਕੇ, ਸ਼ਮਸ਼ੀਰ ਚੁੱਕ ਕੇ ਲੋਕਾਂ ਦਾ ਕਤਲੇਆਮ ਕਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ। ਉਸਨੇ ਤਾਂ ਆਪਣੀ ਜਿਹੜੀ ਜ਼ੁਲਮ ਦੀ ਕਹਿਰ ਕਮਾਇਆ, ਸ਼ਸਤਰਾਂ ਦੇ ਨਾਲ ਉਸਨੇ ਦਿਖਾਇਆ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਅਵਤਾਰੀ ਪੁਰਸ਼ ਹੋਏ ਨੇ, ਵਾਹਿਦ ਹੋਏ ਨੇ ਅਵਤਾਰੀ ਪੁਰਸ਼, ਜਿਨ੍ਹਾਂ ਨੇ ਕਲਮ ਦੀ ਤਾਕਤ ਦੇ ਨਾਲ ਉਸ ਔਰੰਗਜ਼ੇਬ ਦੀ ਭਾਸ਼ਾ 'ਚ ਉਹਨੂੰ ਸਮਝਾਇਆ ਤੇ ਉਹਦਾ ਸੀਨਾ ਜ਼ਾਰੋ-ਜ਼ਾਰ ਕਰ ਦਿੱਤਾ। ਤੇ ਮੈਂ ਸੋਚਿਆ ਕਿ ਵੀ ਮੇਰੇ ਗੁਰੂ ਨੇ ਐਸਾ ਕੀ ਲਿਖ ਦਿੱਤਾ ਜਿਹਦੇ ਨਾਲ ਵਕਤ ਦਾ ਬਾਦਸ਼ਾਹ, ਜਿਹੜਾ ਸਾਰੇ ਸੂਬੇ ਉਹਦੇ ਅੰਡਰ ਚੱਲਦੇ, ਸਾਰੀਆਂ ਸਟੇਟਾਂ ਦਾ ਮਾਲਕ, ਮੌਕੇ ਦੀ ਹਕੂਮਤ ਉਹਦੇ ਕੋਲ, ਤੇ ਉਸ ਨੂੰ ਇੱਕ ਸ਼ਬਦਾਂ ਦੇ ਬਾਣ ਦੇ ਨਾਲ ਹੀ ਉਹਦਾ ਸੀਨਾ ਜ਼ਾਰੋ-ਜ਼ਾਰ ਕਰ ਦਿੱਤਾ। ਤੇ ਉਹ ਕੁਝ ਹੀ ਦਿਨਾਂ ਬਾਅਦ ਸਦਮੇ ਦੇ ਨਾਲ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਤੇ ਉਸ ਤੋਂ ਮੈਨੂੰ ਪ੍ਰੇਰਨਾ ਜ਼ਿਆਦਾ ਮਿਲੀ, ਕਿਉਂਕਿ ਉਹ ਜਿਹੜੀ ਭਾਸ਼ਾ ਜਿਹੜੀ ਸੀ ਉਹ ਕਿਹੜੀ ਭਾਸ਼ਾ ਸੀ, ਉਹਨੂੰ ਮੈਂ ਖੋਜਣ ਦੀ ਮੇਰੇ ਮਨ ਨੂੰ ਤਾਂਘ ਵੱਜੀ। ਸੋ ਜੀ, ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਸਿੱਖਦਿਆਂ ਨੂੰ, ਚਾਹੇ ਉਰਦੂ ਆ ਜਾਂ ਫਾਰਸੀ? ਕਿੰਨਾ ਕੁ ਤਾਲੀਮ ਹਾਸਲ ਕੀਤੀ? ਤੇ ਕਹਿੰਦੇ ਵੀ ਹਰ ਇੱਕ ਤਾਲੀਮ ਹਾਸਲ ਕਰਨ ਵਾਸਤੇ ਕੋਈ ਗੁਰੂ ਬਹੁਤ ਜ਼ਰੂਰੀ ਹੁੰਦਾ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਤੁਹਾਡਾ ਕੌਣ ਗੁਰੂ ਸੀ, ਤੁਸੀਂ ਕਿੱਥੋਂ ਸਿੱਖਿਆ? ਦੇਖੋ ਜੀ, ਜਿਹੜੀ ਸਭ ਤੋਂ ਪਹਿਲਾਂ ਤਾਂ ਜਿਹੜੀ ਮਾਤ ਭਾਸ਼ਾ ਨਾ ਪੰਜਾਬੀ ਦੀ ਗੱਲ ਕਰੀਏ, ਅਸੀਂ ਇੱਥੇ ਬੈਠੇ ਹਾਂ ਮਾਝੇ ਦੀ ਧਰਤੀ ਤੇ ਮਾਝੇ ਦੀ ਧਰਤੀ ਉਹ ਆ ਜਿਹਨੇ ਤਾਂ ਸਿਕੰਦਰ ਵਰਗਿਆਂ ਨੂੰ ਪਿੱਛੇ ਮੋੜਿਆ। ਤੇ ਮਾਝੇ ਦੀ ਧਰਤੀ ਦੇ ਸੂਰਬੀਰ ਜਰਨੈਲਾਂ ਨੇ ਆਪਣੀ ਭਾਸ਼ਾ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਜਿਵੇਂ ਭਗਤ ਸਿੰਘ ਵਰਗੇ ਹੋਏ, ਰਾਜਗੁਰੂ ਸੁਖਦੇਵ ਵਰਗੇ ਹੋਏ, ਉਹਨਾਂ ਦੇ ਵਿੱਚ ਕੋਈ ਵੀ ਮਜ਼ਹਬ ਦਾ ਕੋਈ ਵੀ ਗੰਢ ਨਹੀਂ ਸੀ ਉਹਨਾਂ ਦੇ ਵਿੱਚ। ਤੇ ਇਹ ਭਾਸ਼ਾ ਸਭ ਤੋਂ ਜ਼ਿਆਦਾ ਮਾਤਾ ਦੇ ਉਦਰ ਦੇ ਵਿੱਚੋਂ ਬੰਦਾ ਪੰਜਾਬੀ ਸਿੱਖ ਕੇ ਪੈਦਾ ਹੁੰਦਾ, ਅੰਗਰੇਜ਼ੀ ਨਹੀਂ ਸਿੱਖਦਾ। ਜਦੋਂ ਬੱਚਾ ਪੈਦਾ ਹੁੰਦਾ ਮਾਂ ਬੋਲਦਾ, ਮੌਮ ਨਹੀਂ ਬੋਲਦਾ। ਮੌਮ ਤਾਂ ਇੰਗਲਿਸ਼ ਭਾਸ਼ਾ ਦਾ ਵਰਡ ਹੋ ਗਿਆ, ਉਹ ਤਾਂ ਬਾਹਰੋਂ ਆਇਆ। ਪਹਿਲਾਂ ਬੱਚਾ ਮਾਂ ਬੋਲਦਾ, ਫਿਰ ਬੱਚੇ ਦੀ ਅੱਗੋਂ ਰੁਚੀ ਬਣਦੀ ਹੈ ਕਿ ਜਦੋਂ ਮਾਂ ਨੂੰ ਸੂਰਬੀਰ ਬਹਾਦਰਾਂ ਦੀਆਂ ਕਹਾਣੀਆਂ ਸੁਣਾਉਂਦੀ ਹੈ, ਆਪਣੇ ਜਿਹੜੇ ਰਾਜੇ ਹੋਏ, ਅਵਤਾਰੀ ਪੁਰਸ਼ ਹੋਏ, ਗੁਰੂ ਹੋਏ। ਤੇ ਉਹ ਜਦੋਂ ਮੇਰੀ ਮਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਫਿਰ ਮੈਂ ਉਸ ਜਿਹੜਾ ਸੁਨਹਿਰੀ ਇਲਮ ਸੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਤੇ ਲੱਭਾਉਂਦਾ ਤੇ ਮੈਂ ਆਪਣੇ ਦਾਦੇ ਕੋਲ ਗਿਆ ਜੋ ਲਹਿੰਦੇ ਪੰਜਾਬ ਦੇ ਸਨ, ਸੱਚੇ ਸੌਦੇ ਚੂੜਖਾਨੇ ਦੇ। ਤੇ ਉਹਨਾਂ ਨੇ ਮੈਨੂੰ ਉਰਦੂ ਦਾ ਥੋੜ੍ਹਾ ਗਿਆਨ ਦਿੱਤਾ। ਤੇ ਉਹ ਥੋੜ੍ਹੇ ਬਿਰਧ ਹੋਣ ਕਰਕੇ ਮੈਂ ਥੋੜ੍ਹਾ ਗਿਆਨ ਹਾਸਲ ਨਹੀਂ ਕਰ ਸਕਿਆ। ਤੇ ਇਸ ਕਰਕੇ ਮੇਰੇ ਉਸਤਾਦ ਜਿਹੜੇ ਸੀ ਮੁਫਤੀ ਮਿਰਸ਼ਾਦ ਆਲਮ, ਅੱਜ ਵੀ ਇੱਥੇ ਅੰਮ੍ਰਿਤਸਰ ਦੀ ਮਸਜਿਦ ਦੇ ਵਿੱਚ ਉਹ ਪੜ੍ਹਾਉਂਦੇ ਨੇ, ਉਰਦੂ ਅਰਬੀ ਦੀ ਫਾਰਸੀ ਦੀਆਂ ਕਲਾਸਾਂ ਦਿੰਦੇ ਨੇ। ਤੇ ਇਸਲਾਮਿਕ ਸਕੋਲਰ ਨੇ, ਬਹੁਤ ਵੱਡੇ ਆਲਮ ਫਾਜ਼ਲ ਨੇ ਉਹ। ਤੇ ਉਹਨਾਂ ਤੋਂ ਮੈਂ ਤਕਰੀਬਨ ਮੈਨੂੰ 5 ਸਾਲ ਹੋ ਗਏ ਸੀ। ਤੇ 5 ਸਾਲਾਂ ਦੇ ਵਿੱਚ ਮੈਂ ਇਹ ਭਾਸ਼ਾ ਮੁਕੰਮਲ ਕੀਤੀ। ਪਰ ਅੱਜ ਵੀ ਮੈਂ ਮੁਕੰਮਲ ਨਹੀਂ ਹਾਂ, ਕਿਉਂਕਿ ਭਾਸ਼ਾ ਦੀ ਜਿਹੜਾ ਸਮੁੰਦਰ ਹੈ ਨਾ, ਉਹਦੇ ਵਿੱਚੋਂ ਕੋਈ ਬੂੰਦ ਵੀ ਚੁੱਕ ਲਵੇ ਤੇ ਉਹ ਵੀ ਨਹੀਂ ਪੂਰੀ ਪੈਂਦੀ, ਉਹ ਵੀ ਘੱਟ ਆ। ਬੰਦਾ ਜੇਕਰ ਕਵੇ ਕਿ ਮੈਂ ਬੂੰਦ ਭਰ ਵੀ ਇਲਮ ਜਾਣਦਾ, ਪਰ ਉਹ ਕੱਖ ਵੀ ਨਹੀਂ ਜਾਣਦਾ। ਗਿਆਨੀ ਹੁੰਦਿਆਂ ਹੋਇਆਂ ਵੀ ਕੋਈ ਗਿਆਨੀ ਨਹੀਂ, ਕਿਉਂਕਿ ਭਾਸ਼ਾ ਇੱਕ ਐਸਾ ਖੇਤਰ ਹੈ, ਨਾ ਉਹਦਾ ਕਿਸੇ ਜ਼ਾਤ ਨਾਲ ਸੰਬੰਧ, ਨਾ ਮਜ਼ਹਬ ਨਾਲ ਸੰਬੰਧ, ਤੇ ਨਾ ਹੀ ਉਹਦੀ ਸੀਮਾ। ਦੇਖੋ, ਬਾਜ਼ ਜਿੰਨਾ ਉੱਚਾ ਉੱਡਦਾ ਉਹਦੀ ਉਡਾਰੀ ਉਨੀ ਉੱਚੀ ਹੁੰਦੀ ਜਾਂਦੀ ਹੈ। ਤੇ ਭਾਸ਼ਾ ਦਾ ਜਿਹੜਾ ਐਸਾ ਗਿਆਨ ਹੈ, ਐਸਾ ਖੇਤਰ ਹੈ, ਜਿੰਨਾ ਇਸ ਨੂੰ ਸਮਝੀ ਜਾਈਏ ਉਨਾ ਗਿਆਨ ਵੱਧਦਾ ਹੀ ਜਾਂਦਾ ਹੈ, ਘਟਦਾ ਕਦੀ ਨਹੀਂ। ਗੱਲ ਕਰੀਏ ਮਨਪ੍ਰੀਤ ਜੀ, ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ। ਇੱਕ ਵਾਰੀ ਉਰਦੂ 'ਚ ਕੋਈ ਥੋੜ੍ਹੀ ਸ਼ੇਰੋ ਸ਼ਾਇਰੀ ਦੇ 2 ਲਫ਼ਜ਼ ਜ਼ਰੂਰ ਸਾਂਝੇ ਕਰਦੇ ਹੋ, ਜਾਂ ਕੋਈ ਜਿਹੜੀ ਆ ਫਾਰਸੀ ਜਾਂ ਹੋਰ ਜਿਹੜੇ ਤੁਹਾਨੂੰ ਭਾਸ਼ਾਵਾਂ ਆਉਂਦੀਆਂ ਨੇ 2 ਲੈਣਾ ਉਹਨਾਂ ਦੀਆਂ ਸ਼ੇਰੋ ਸ਼ਾਇਰੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸਾਂਝੀ ਕਰਦੇ ਹੋ, ਕਿਉਂਕਿ ਲੋਕ ਜਿਹੜੇ ਦਰਸ਼ਕ ਨਾਲ ਦੇਖ ਰਹੇ ਵਿਦੇਸ਼ਾਂ 'ਚ ਬਹੁਤ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰਨਗੇ ਵੀ ਕਿੰਨਾ ਕੁ ਵਧੀਆ ਤੁਸੀਂ ਬੋਲਦੇ ਹੋ। 2 ਲਫ਼ਜ਼ ਸਾਂਝੀ ਕਰਦੇ ਹੋ। ਦੇਖੋ ਜੀ, ਇਕਬਾਲ ਸਾਹਿਬ ਦਾ ਇੱਕ ਬੜਾ ਸੋਹਣਾ ਸ਼ੇਰ ਹੈ। ਉਹ ਕਹਿੰਦੇ ਨੇ ਕਿ ਸ਼ਮਾ ਹੱਕ ਸੇ ਜੋ ਮੁਨੱਵਰ ਨਾ ਹੋ ਵੋ ਇਹ ਮਹਿਫਿਲ ਨਾ ਥੀ।
शमा हक से जो मुनव्वर ना हो वो ये महफिल ना थी, बारिशें बहुत हुई पर ज़मीं काबिल ना थी। ਕਹਿੰਦੇ ਇੱਥੇ ਹਜ਼ਾਰਾਂ ਅਵਤਾਰੀ ਪੁਰਸ਼ ਆਏ, ਗੁਰੂ ਆਏ, ਪੀਰ ਆਏ, ਔਲੀ ਅਵਤਾਰ ਆਏ, ਦਾਰਸ਼ਨਿਕ ਆਏ। ਇਹ ਜ਼ਮੀਨ ਕਾਬਿਲ ਹੀ ਨਹੀਂ ਸੀ ਕਿ ਉਹਨਾਂ ਦਾ ਗਿਆਨ ਲੈ ਸਕਦੀ, ਉਹਨਾਂ ਦੇ ਗਿਆਨ ਦੇ ਉੱਤੇ ਚੱਲ ਸਕਦੀ, ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲ ਸਕਦੀ। ਇਹ ਜ਼ਮੀਨ ਕਾਬਿਲ ਹੀ ਨਾ ਥੀ ਉਹਨਾਂ ਦਾ ਗਿਆਨ ਹਾਸਲ ਕਰਨ ਦੇ ਲਈ। ਸੋ ਇਹੀ ਗੱਲ ਹੈ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਕਿ ਜਿੱਥੇ ਕਲਮ ਦੀ ਤਾਕਤ ਨਾ ਚੱਲੇ ਉੱਥੇ ਫਿਰ ਸ਼ਮਸ਼ੀਰ ਕੰਮ ਆਉਂਦੀ ਆ। ਔਰੰਗਜ਼ੇਬ ਨੂੰ ਇਹ ਵੀ ਕਹਿੰਦੇ ਆ ਜਿੱਥੇ ਕਲਮ ਦੇ ਨਾਲ ਮਾਰਿਆ ਉੱਥੇ ਸ਼ਮਸ਼ੀਰ ਦੇ ਨਾਲ ਵੀ ਮਾਰਿਆ। ਕਿ ਔਰੰਗਜ਼ੇਬ ਸਮਝ ਨਾ ਲਵੇ ਕਿ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੱਲੀ ਕਲਮ ਹੈ, ਸ਼ਮਸ਼ੀਰ ਵੀ ਹੈ। ਚੂੰ ਕਾਰ ਅਜ਼ ਹਮਾ ਹੀਲ ਤੇ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੇ ਔਰੰਗਜ਼ੇਬ, ਜਿੱਥੇ ਕਲਮ ਦੇ ਨਾਲ ਗੱਲ ਨਹੀਂ ਬਣਦੀ, ਜਿੱਥੇ ਕਲਮ ਦੇ ਨਾਲ ਗੱਲ ਨਾ ਚੱਲੇ, ਸ਼ਬਦਾਂ ਦੇ ਬਾਣ ਨਾ ਚੱਲਣ, ਉੱਥੇ ਫਿਰ ਕਿਰਪਾਨ ਮਿਆਨ ਚੋਂ ਕੱਢਣੀ ਬਿਲਕੁਲ ਜਾਇਜ਼ ਹੈ। ਬੁਰਦਨ ਬਾ ਸ਼ਮਸ਼ੀਰ ਦਸਤ, ਉੱਥੇ ਫਿਰ ਸ਼ਮਸ਼ੀਰ ਦਸਤਕ ਦਿੰਦੀ ਹੈ। ਤੇ ਜ਼ੁਲਮੀ ਦਾ ਜ਼ੁਲਮ ਰੋਕਣ ਦੇ ਲਈ ਫਿਰ ਸ਼ਮਸ਼ੀਰ ਉੱਥੇ ਦਸਤਕ ਦੇ ਕੇ ਇਸ ਮਾਤ ਲੋਕ ਨੂੰ ਜ਼ੁਲਮਾਂ ਤੋਂ ਨਿਜ਼ਾਤ ਕਰਾਉਂਦੀ ਹੈ। ਸੋ ਇਹੀ ਦੋ ਸ਼ੇਰ ਨੇ ਬੜੇ ਮੁਕੰਮਲ ਨੇ ਤੇ ਹੋਰ ਵੀ ਬੜੇ ਸ਼ੇਰ ਨੇ ਇਸ ਤਰ੍ਹਾਂ ਦੇ। ਤੇ ਇਹੀ ਕੁਛ ਫਾਰਸੀ ਦਾ ਸੁਮੇਲ ਹੈ ਤੇ ਕੁਛ ਉਰਦੂ ਦਾ ਸੁਮੇਲ ਹੈ। ਜੀ ਮਨਪ੍ਰੀਤ ਜੀ, ਸਮਾਂ ਕਿੰਨਾ ਕੁ ਲੱਗ ਗਿਆ ਉਰਦੂ ਤੇ ਫਾਰਸੀ ਤੁਹਾਨੂੰ ਸਿੱਖਣ ਵਿੱਚ? ਕਿੰਨਾ ਸਮਾਂ ਲੱਗ ਗਿਆ ਤੁਹਾਨੂੰ? ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ ਸਿੱਖਣ 'ਚ? ਜਿਵੇਂ ਲੋਕ ਕਹਿੰਦੇ ਨੇ ਵੀ ਉਰਦੂ ਭਾਸ਼ਾ ਜਾਂ ਫਾਰਸੀ ਸਿੱਖਣੀ ਬਹੁਤ ਮੁਸ਼ਕਲ ਹੈ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਭਾਸ਼ਾ ਨੂੰ ਸਿੱਖਣ ਦੇ ਨਾਲ ਕੋਈ ਵੀ ਮੁਸ਼ਕਲ ਨਹੀਂ ਹੁੰਦੀ। ਮੁਸ਼ਕਲ ਤਾਂ ਕੋਈ ਡਿਕਸ਼ਨਰੀ ਦੇ ਵਿੱਚ ਸ਼ਬਦ ਹੀ ਨਹੀਂ ਹੈਗਾ। ਦੇਖੋ, ਜਿਨ੍ਹਾਂ ਨੇ ਭਾਸ਼ਾਵਾਂ ਦੇ ਗਿਆਨ ਹਾਸਲ ਕੀਤੇ ਉਹ ਵੀ ਸਾਡੇ ਵਾਂਗੂ ਆਮ ਇਨਸਾਨ ਸੀ। ਅਵਤਾਰੀ ਪੁਰਸ਼ ਜਦ ਵੀ ਆਏ ਇਸ ਦੁਨੀਆ ਦੇ ਵਿੱਚ ਇੱਕ ਆਮ ਇਨਸਾਨ ਦੇ ਜਾਮੇ ਦੇ ਵਿੱਚ ਆਏ ਤੇ ਸਾਰੇ ਇਨਸਾਨਾਂ ਦੇ ਵਿੱਚ ਪਰਮੇਸ਼ਰ ਦੀ ਜੋਤ ਵਸਦੀ ਹੈ। ਤੇ ਭਾਸ਼ਾ ਇੱਕ ਐਸੀ ਚੀਜ਼ ਹੈ, ਜੇਕਰ ਅਸੀਂ ਸੋਚੀਏ, ਭਾਸ਼ਾ ਬੰਦੇ ਨੂੰ ਸ਼ੈਤਾਨ ਤੋਂ ਦੇਵਤਾ ਬਣਾਉਂਦੀ ਹੈ ਤੇ ਦੇਵਤੇ ਤੋਂ ਸ਼ੈਤਾਨ ਬਣਾਉਣ ਲੱਗਿਆ 1 ਸਕਿੰਟ ਨਹੀਂ ਲਾਉਂਦੀ। ਗਾਲ ਪੰਜਾਬੀ 'ਚ ਵੀ ਕੱਢੀ ਜਾ ਸਕਦੀ, ਗਾਲ ਉਰਦੂ 'ਚ ਵੀ ਤੇ ਫਾਰਸੀ 'ਚ ਵੀ। ਅੱਜ ਅਸੀਂ ਇੱਕ ਦੂਜੇ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਗਾਲ ਮਸ਼ਹੂਰ ਹੈ ਜਿਹਨੂੰ ਅਸੀਂ ਮਾਦਰ ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਕਿ ਮਾਦਰ ਕਹਿ ਕੇ ਅਸੀਂ ਗਾਲ ਕੱਢਦੇ ਹਾਂ। ਪਰ ਉਹ ਮਾਦਰ ਜਿਹੜਾ ਲਕਬ ਹੈ ਉਹ ਫਾਰਸੀ ਦਾ ਲਕਬ ਹੈ। ਮਾਂ ਨੂੰ ਮਾਦਰ ਕਹਿੰਦੇ ਨੇ, ਪਿਓ ਨੂੰ ਪਿਦਰ ਕਹਿੰਦੇ ਨੇ ਤੇ ਇਹ ਗੱਲ ਬੜੀ ਮਸ਼ਹੂਰ ਹੈ। ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਇਲਮ ਸਿੱਖਣ ਦਾ ਕੋਈ ਵੀ ਉਮਰ ਨਹੀਂ ਹੁੰਦੀ, ਇਲਮ ਸਿੱਖਣ ਦੀ ਕੋਈ ਵੀ ਸੀਮਾ ਨਹੀਂ ਹੁੰਦੀ, ਬਸ ਦਿਲ ਦੇ ਵਿੱਚ ਚਾਹਤ ਹੋਵੇ। ਬੱਚਾ ਜਦੋਂ ਮਾਂ ਦੇ ਨਾਲ ਵਿਛੜਦਾ, ਬੱਚੇ ਨੂੰ ਚਾਹਤ ਹੁੰਦੀ ਕਿ ਮੈਨੂੰ ਮਾਂ ਮਿਲ ਜਾਵੇ ਤੇ ਮਾਂ ਨੂੰ ਵੀ ਚਾਹਤ ਹੁੰਦੀ ਕਿ ਮੇਰਾ ਬੱਚਾ ਮੈਨੂੰ ਮਿਲ ਜਾਵੇ। ਤੇ ਭਾਸ਼ਾ ਜਿਹੜੀ ਹੈ ਸਾਰਿਆਂ ਨੂੰ ਸੱਦਾ ਦਿੰਦੀ ਹੈ ਖੁੱਲ੍ਹਾ ਕਿ ਵੀ ਜਿਹੜੇ ਤੁਸੀਂ ਪਰਦੇਸਾਂ ਨੂੰ ਚਲੇ ਗਏ ਹੋ, ਆਪਣੀ ਮਾਂ ਦਾ ਆ ਕੇ ਕੋਈ ਹਾਲ ਤੇ ਪੁੱਛ ਲਓ। ਜੇ ਗੱਲ ਕਰੀਏ ਗੋਹਰ ਦਾ, ਅਸੀਂ ਦੇਖਿਆ ਤੁਸੀਂ ਜੋ ਸ਼ੇਰੋ ਸ਼ਾਇਰੀ ਕੀਤੀ ਸੀ ਉਹ 'ਚ ਤੁਹਾਡਾ ਜ਼ਿਕਰ ਹੈ ਇੱਕ ਚੀਜ਼ ਦਾ, ਤੇ ਕੀ ਮਤਲਬ ਕੀ ਹੁੰਦਾ? ਥੋੜ੍ਹਾ ਦਰਸ਼ਕਾਂ ਨੂੰ ਸਾਂਝੀ ਕਰ ਦਿਓ ਗੋਹਰ ਦਾ। ਦੇਖੋ ਜੀ, ਪਹਿਲੇ ਉਸਤਾਦ ਜਿਹੜੇ ਹੁੰਦੇ ਸੀ, ਪਹਿਲੇ ਉਸਤਾਦ ਵੀ ਉੱਦਾਂ ਦੇ ਹੁੰਦੇ ਤੇ ਚੇਲੇ ਵੀ ਹੁੰਦੇ। ਅੱਜ ਉਹ ਉਸਤਾਦ ਵੀ ਨਹੀਂ ਰਹੇ ਤੇ ਚੇਲੇ ਵੀ ਨਹੀਂ ਰਹੇ। ਉਸਤਾਦ ਉਹਦੀ ਇਲਮ ਤੋਂ, ਉਹਦੇ ਜਿਹੜੇ ਕਲਾਮ ਤੋਂ ਖੁਸ਼ ਹੋ ਕੇ ਉਹਨੂੰ ਨਾਂ ਦਿੰਦੇ ਸੀ, ਉਹਨਾਂ ਦੇ ਦਿਲ ਦੇ ਵਿੱਚੋਂ ਨਾਂ ਨਿਕਲਦਾ ਸੀ। ਤੇ ਮੈਂ ਜਦ ਆਪਣਾ ਕਲਾਮ ਆਪਣੇ ਉਸਤਾਦ ਮੁਫਤੀ ਮਿਰਸ਼ਾਦ ਆਲਮ ਨੂੰ ਸੁਣਾਇਆ ਤੇ ਉਹਨਾਂ ਨੇ ਮੈਨੂੰ ਲਕਬ ਦਿੱਤਾ ਗੋਹਰ, ਇੱਕ ਸ਼ਾਇਰੀ ਦੇ ਵਿੱਚ ਨਾਂ ਦਿੱਤਾ ਜੋ ਕਿ ਮੈਂ ਪਹਿਲਾਂ ਨਹੀਂ ਸੀ ਵਰਤਦਾ। ਜਿਵੇਂ ਦਾਗ ਹੋਏ ਨੇ, ਦਾਮਨ ਹੋਏ ਨੇ, ਜਿਵੇਂ ਗਾਲਿਬ ਹੋਏ ਨੇ, ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਨਾਮ ਨੇ। ਹੁਣ ਜਿਵੇਂ ਗਾਲਿਬ ਦਾ ਦੇਖੀਏ, ਗਾਲਿਬ ਦਾ ਪੂਰਾ ਨਾਮ ਹੈਗਾ ਮਿਰਜ਼ਾ ਅਸਦੁੱਲਾ। ਸਭ ਤੋਂ ਪਹਿਲਾਂ ਇਹੀ ਲੱਗਦਾ, ਪਰ ਗਾਲਿਬ ਉਹਨਾਂ ਦਾ ਲਕਬ ਆ, ਉਹਨਾਂ ਨੂੰ ਸ਼ਾਇਰੀ ਦੇ ਵਿੱਚ ਯੂਜ਼ ਕਰਨਾ ਪਿਆ। ਸੋ ਇਸੇ ਕਰਕੇ ਗੋਹਰ ਦਾ ਮਤਲਬ ਹੈ ਕਿ ਸੁੱਚਾ ਮੋਤੀ, ਕਿਉਂਕਿ ਹਰ ਇੱਕ ਸ਼ਾਇਰ ਜਿਹੜਾ ਹੈ ਉਹਦਾ ਕਲਾਮ ਇੱਕ ਸੁੱਚੇ ਮੋਤੀ ਦੇ ਵਰਗਾ ਹੁੰਦਾ, ਚਾਹੇ ਕੋਈ ਵੀ ਸ਼ਾਇਰ ਹੈ, ਕਿਉਂਕਿ ਉਸਨੇ ਆਪਣੀ ਰੂਹ ਦੇ ਵਿੱਚੋਂ ਲਿਖਿਆ ਹੁੰਦਾ। ਕਿ ਜਿਵੇਂ ਇੱਕ ਸ਼ੇਰ ਸੀ, आप आए हैं ज़िंदगी में हमारी हमें बाखूब करने, तो गोहर कहते हैं आप कब जाएंगे, बस इसी बात का इंतज़ार है। तो इस करके इस तरह के मैं कई शेरां दे विच अपना लकब यूज़ किया ਜੋ ਕਿ ਮੇਰੇ ਉਸਤਾਦ ਨੇ ਦਿੱਤਾ। ਤੇ ਜਦੋਂ ਦਾ ਦਿੱਤਾ ਤੇ ਉਹਦੇ ਵਿੱਚ ਵਾਧਾ ਹੀ ਹੁੰਦਾ ਜਾ ਰਿਹਾ, ਘਾਟਾ ਨਹੀਂ ਹੁੰਦਾ। ਤੇ ਉਸਤਾਦ ਦੇ ਉੱਤੇ, ਉਸਤਾਦ ਦੇ ਬਚਨਾਂ ਦੇ ਉੱਤੇ ਚੱਲਣ ਦੇ ਲਈ ਉਹ ਚੇਲੇ ਵੀ ਚਾਹੀਦੇ ਨੇ ਤੇ ਉਸਤਾਦ ਵੀ ਚਾਹੀਦੇ ਨੇ। ਅੱਜ ਉਹ ਉਸਤਾਦ ਵੀ ਨਹੀਂ ਮੌਜੂਦ ਨਹੀਂ ਤੇ ਨਾ ਹੀ ਚੇਲੇ ਮੌਜੂਦ ਆ ਜਿਹੜੇ ਆਪਣੇ ਉਸਤਾਦ ਨੂੰ ਉਸਤਾਦ ਕਹਿਣ। ਸੋ ਇਹੀ ਗੱਲ ਸੀ ਮੇਰੀ। ਜਿਹੜੀ ਅਰਬੀ ਜਾਂ ਉਰਦੂ ਦੇ ਸਮੇਂ ਜੋ ਸਾਡੇ ਉਸਤਾਦ ਸਾਨੂੰ ਸਿਖਾਉਂਦੇ ਸੀ, ਉਹ ਕਹਿੰਦੇ ਸੀ ਮੰਗਲਾ ਚਰਨ ਲਾਉਣਾ। ਅਸੀਂ ਕਹਿੰਦੇ ਭਾਈ ਮੰਗਲਾ ਚਰਨ, ਉਹ ਵੀ ਮੰਗਲਾ ਚਰਨ ਕਰਦੇ ਨੇ। ਜਿਵੇਂ ਉਹ ਕੋਈ
ਵੀ ਕਲਾਮ ਪੜ੍ਹਨ ਤੋਂ ਪਹਿਲਾਂ ਕਹਿੰਦੇ ਨੇ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਅਲਹਮਦੁਲਿল্লাহি ਰੱਬਿਲ ਆਲਮੀਨ, ਕੁਲ ਹੂ ਅੱਲਾਹੂ ਅਹਦ। ਸੋ ਇਸੇ ਕਰਕੇ ਉਹਨਾਂ ਦਾ ਮੰਗਲਾ ਚਰਨਾ ਹੈ ਤੇ ਉਹ ਜਦੋਂ ਵੀ ਕੋਈ ਕਲਾਮ ਪੜ੍ਹਦੇ ਨੇ ਇਹ ਜਿਹੜੀਆਂ ਆਇਤਾਂ ਜ਼ਰੂਰ ਪੜ੍ਹਦੇ ਨੇ। ਇਹਦੇ ਨਾਲ ਪਹਿਲਾਂ ਖੁਦਾ ਨੂੰ ਯਾਦ ਕੀਤਾ ਜਾਂਦਾ, ਜਿਵੇਂ ਅਸੀਂ ਕਹਿੰਦੇ ਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ। ਤੇ ਹਿੰਦੂਆਂ 'ਚ ਵੀ ਕਹਿੰਦੇ ਨੇ, ਜਿਵੇਂ ਉਹਦੇ ਵਿੱਚ ਸਰਸਤੀ ਦਾ ਮੰਗਲ ਹੈ ਤੇ ਸ਼੍ਰੀ ਗਣੇਸ਼ ਕਰਦੇ ਨੇ। ਹਰ ਇੱਕ ਮਜ਼ਹਬ ਦੇ ਆਪਣੇ ਆਪਣੇ ਮੰਗਲਾ ਚਰਨ ਨੇ। ਕਿਹੜੀ ਭਾਸ਼ਾ ਵਿੱਚ ਇਹ ਜਿਹੜੀ ਭਾਸ਼ਾ ਜਿਹੜੀ ਇਹ ਅਰਬੀ ਦੇ ਵਿੱਚ ਆ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਅਲਹਮਦੁਲਿल्लाहि ਰੱਬਿਲ ਆਲਮੀਨ, ਕੁਲ ਹੂ ਅੱਲਾਹੂ ਅਹਦ। ਸੋ ਇਸੇ ਕਰਕੇ ਫਰਿਆਦ ਹੈ ਕੁਲ ਹੂ ਅੱਲਾਹੂ ਅਹਦ ਦਾ ਅਰਥ ਵੀ ਇਹੀ ਹੈ ਕਿ ਹੈ ਖੁਦਾ ਵਲੀ, ਮੈਂ ਤੇਰੇ ਅੱਗੇ ਇਹੀ ਅਰਜ਼ੋਈ ਕਰਦਾ ਕਿ ਮੇਰੀ ਅਰਜ਼ ਤੂੰ ਆਪਣੇ ਕੰਨਾਂ ਤੱਕ ਪਹੁੰਚਾ ਤੇ ਆਪਣੇ ਗੋਸ਼ਾਂ ਦੇ ਵਿੱਚ ਪਾ। ਗੋਸ਼ ਕਹਿੰਦੇ ਨੇ ਕੰਨ ਨੂੰ, ਤੇ ਗੋਸ਼ਾਂ ਦੇ ਵਿੱਚ ਪਹੁੰਚਾ ਤੇ ਮੇਰੀ ਅਰਜ਼ੋਈ ਤੂੰ ਕਬੂਲ ਕਰ। ਜੇ ਮਨਪ੍ਰੀਤ ਜੀ ਫਾਰਸੀ 'ਚ ਜਾਂ ਉਰਦੂ 'ਚ ਰੱਬ ਦਾ ਨਾਂ ਲੈਣਾ ਹੋਵੇ, ਰੱਬ ਨੂੰ ਯਾਦ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਯਾਦ ਕਰਦੇ ਹੋ? ਫਾਰਸੀ ਦੇ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਨੇ ਇੱਕ ਬਾਣੀ ਦੇ ਵਿੱਚ ਤੁਕ ਲਿਖੀ ਹੈ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਿਗਾਰ। ਐ ਪਰਮਾਤਮਾ ਯਕ ਅਰਜ਼, ਮੈਂ ਤੇਰੇ ਅੱਗੇ ਅਰਜ਼ ਕਰਨਾ ਚਾਹੁੰਦਾ ਕਿ ਯਕ ਅਰਜ਼ ਗੁਫਤਮ ਕਹਿੰਦੇ ਕੋਈ ਗੱਲਬਾਤ, ਮਾਰੇ ਕਹਿੰਦੇ ਕਿਹੜੀ ਗੱਲਬਾਤ? ਗੁਫਤਮ ਪੇਸ਼, ਐਸੀ ਗੱਲਬਾਤ ਜਿਹੜੀ ਪਾਕ ਹੈ, ਪਵਿੱਤਰ ਹੈ। ਗੋਸ਼ ਕਹਿੰਦੇ ਨੇ ਕੰਨ ਨੂੰ, ਮੈਂ ਤੇਰੇ ਕੰਨਾਂ ਦੇ ਵਿੱਚ ਆਪਣੀ ਅਰਜ਼ੋਈ ਪਾਉਣਾ ਚਾਹੁੰਦਾ, ਤੂੰ ਮੇਰੀ ਅਰਜ਼ੋਈ ਸੁਣ। ਹੱਕਾ ਕਬੀਰ, ਹੱਕਾ ਕਹਿੰਦੇ ਜੀ ਫਾਰਸੀ 'ਚ ਸੱਚ ਨੂੰ। ਪਰਮਾਤਮਾ ਨੂੰ ਹੱਕਾ ਆਖਿਆ ਕਿ ਤੂੰ ਹੱਕਾ ਹੈ ਤੇ ਮੈਂ ਝੂਠਾ। ਬੰਦਾ ਤਾਂ ਵੈਸੇ ਹੀ ਝੂਠਾ ਹੈ ਤੇ ਪਰਮਾਤਮਾ ਸੱਚਾ ਹੈ। ਹੱਕਾ ਕਬੀਰ ਕਹਿੰਦੇ ਨੇ ਬਜ਼ੁਰਗ, ਹੇ ਸੱਚੇ ਬਜ਼ੁਰਗ, ਹੇ ਪਾਕ ਖੁਦਾ, ਮੇਰੀ ਤੂੰ ਅਰਜ਼ੋਈ ਸੁਣ ਤੇ ਕੁਰਬਾਨ ਕਰ ਤੇ ਮੈਨੂੰ ਸਾਰੀਆਂ ਦਾਤਾਂ ਤੂੰ ਦੇ, ਇਹੀ ਮੇਰੀ ਅਰਦਾਸ ਹੈ। ਗੱਲ ਕਰੀ ਮਨਪ੍ਰੀਤ ਜੀ, ਅਸੀਂ ਦੇਖਦੇ ਵੀ ਸਰਕਾਰ, ਪੰਜਾਬ ਸਰਕਾਰ ਵੱਲੋਂ ਬੜਾ ਉਪਰਾਲਾ ਕੀਤਾ ਜਾ ਰਿਹਾ ਵੀ ਪੰਜਾਬੀ ਭਾਸ਼ਾ ਜਿਹੜੀ ਮਾਤਰ ਭਾਸ਼ਾ ਉਸ ਨੂੰ ਜਿਹੜਾ ਬੜਾਵਾ ਦਿੱਤਾ ਜਾਵੇ, ਪਰ ਕੀ ਲੱਗਦਾ ਨਹੀਂ ਹੈ ਜਿੱਥੇ ਪੰਜਾਬੀ ਭਾਸ਼ਾ ਦੇ ਨਾਲ ਉਰਦੂ ਜਾਂ ਫਾਰਸੀ ਇਹਨਾਂ ਭਾਸ਼ਾਵਾਂ ਦਾ ਵੀ ਜਿਹੜਾ ਵਾ ਜ਼ਿਕਰ ਸਾਡੇ 'ਚ ਆਉਂਦਾ ਵਾ, ਸਾਡੇ ਗੁਰਮੁਖੀ 'ਚ ਆਉਂਦਾ, ਸਾਡੇ ਗ੍ਰੰਥਾਂ ਵਿੱਚ ਆਉਂਦਾ, ਕੀ ਲੱਗਦਾ ਇਹਨਾਂ ਭਾਸ਼ਾਵਾਂ ਦਾ ਵੀ ਜਿਹੜਾ ਵਾ ਗਿਆਨ ਜਿਹੜਾ ਵਾ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਕਰਾਉਣਾ ਚਾਹੀਦਾ ਵਾ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼? ਦੇਖੋ ਜੀ, ਮਾਨ ਸਰਕਾਰ ਨੇ ਬੜੀ ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਕਿ ਥਾਂ ਥਾਂ 'ਤੇ ਸਾਈਨ ਬੋਰਡ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਪੰਜਾਬੀ ਦੇ ਹੋਣੇ ਚਾਹੀਦੇ, ਕਿ ਆਪਣੀ ਮਾਂ ਭਾਸ਼ਾ ਨੂੰ ਤੁਸੀਂ ਵਿਸਾਰੋ ਨਾ। ਮਾਂ ਭਾਸ਼ਾ ਨੂੰ ਜੇਕਰ ਛੱਡ ਦੋਗੇ ਤਾਂ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੈ। ਅੱਜ ਦੇਖੋ ਗੋਰਿਆਂ ਨੇ ਕੈਨੇਡਾ ਦੇ ਵਿੱਚ ਸੈਕਿੰਡ ਲੈਂਗੁਏਜ ਪੰਜਾਬੀ ਰੱਖੀ ਹੈ। ਕਿਉਂ? ਉਹਨਾਂ ਨੂੰ ਪਤਾ ਜਿਹੜੀ ਭਾਸ਼ਾ ਦੇ ਲਈ ਕ੍ਰਾਂਤੀਕਾਰੀ ਕੁਰਬਾਨ ਹੋ ਗਏ ਗੋਰਿਆਂ ਦੇ ਨਾਲ ਲੜ ਕੇ, ਜਿਵੇਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਵਰਗੇ ਹੋਰ ਕ੍ਰਾਂਤੀਕਾਰੀ ਵੀ ਹੋਏ, ਉਹ ਭਾਸ਼ਾ ਕਰਕੇ ਹੀ ਲੜੇ। ਤੇ ਉਸ ਭਾਸ਼ਾ ਨੂੰ ਜੇਕਰ ਨੌਜਵਾਨ ਛੱਡਦੇ ਜਾਣਗੇ ਤੇ ਫਿਰ ਤਾਂ ਉਹ ਲਵਾਰਸ ਹੀ ਨੇ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਇਸੇ ਤਰ੍ਹਾਂ ਮਾਨ ਸਰਕਾਰ ਨੇ ਜਿਵੇਂ ਪੰਜਾਬੀ ਨੂੰ ਲੈ ਕੇ ਉਪਰਾਲਾ ਕੀਤਾ ਤੇ ਮੈਨੂੰ ਲੱਗਦਾ ਕਿ ਵੀ ਇਹ ਪੂਰਾ ਵੀ ਹੋ ਰਿਹਾ। ਨੌਜਵਾਨਾਂ ਦੇ ਵਿੱਚ ਉਹ ਤਾਂਘ ਆਈ ਹੈ ਫਿਰ ਤੋਂ ਆਪਣੀ ਮਾਤ ਭਾਸ਼ਾ ਨੂੰ ਜੀਵਤ ਕਰਨ ਦੀ। ਤੇ ਮਾਨ ਸਰਕਾਰ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਜਿਹੜੀ ਸਾਡੀ ਉਰਦੂ ਭਾਸ਼ਾ ਲਹਿੰਦੇ ਪੰਜਾਬ ਦੀ, ਉਹ ਸਾਡੀ ਭਾਸ਼ਾ ਹੀ ਹੈ, ਫਾਰਸੀ ਵੀ ਹੈ, ਉਹ ਉਹਨਾਂ ਨੂੰ ਆਪਣੇ ਘੱਟ ਤੋਂ ਘੱਟ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਅੱਧਾ ਸਬਜੈਕਟ ਇਸ ਤਰ੍ਹਾਂ ਦਾ ਹੋਵੇ, ਘੱਟ ਤੋਂ ਘੱਟ 1-2 ਮਹੀਨੇ ਦੇ ਲਈ, ਕਿ ਉਰਦੂ ਦੇ ਕਾਇਦੇ ਪੜ੍ਹਾਏ ਜਾਣ, ਕਿ ਤਾਂ ਕਿ ਅਸੀਂ ਆਪਣੀਆਂ ਪੁਰਾਣੀਆਂ ਭਾਸ਼ਾਵਾਂ ਨੂੰ ਸਿੱਖ ਸਕੀਏ ਤੇ ਆਪਣੇ ਪੁਰਾਣੇ ਵੱਡੇ ਵਡੇਰਿਆਂ ਨੂੰ, ਪੁਰਖਿਆਂ ਨੂੰ ਯਾਦ ਕਰ ਸਕੀਏ। ਬਿਲਕੁਲ ਜੀ। ਮਨਪ੍ਰੀਤ ਜੀ, ਲਾਸਟ ਸਵਾਲ ਮੇਰਾ ਜਾਂਦੇ ਆ, ਅਸੀਂ ਦੇਖਿਆ ਵੀ ਜਦੋਂ ਵੀ ਕਿਤੇ ਬੱਚਾ ਖਾਸ ਕਰਕੇ ਪੰਜਾਬੀ ਦੇ ਵਿੱਚ ਆਪਣੀ ਮਾਂ ਨਾਲ ਗੱਲ ਕਰਦਾ ਕਿਤੇ, ਤੇ ਉਸ ਦੀ ਮਾਂ ਵੱਲੋਂ ਕਿਹਾ ਜਾਂਦਾ ਵੀ ਬੇਟਾ ਪੰਜਾਬੀ 'ਚ ਗੱਲ ਨਹੀਂ ਕਰਨੀ, ਇੰਗਲਿਸ਼ 'ਚ ਗੱਲ ਕਰਨੀ ਆ। ਕੀ ਲੱਗਦਾ ਨਹੀਂ ਵੀ ਕਿਤੇ ਮਾਂ-ਬਾਪ ਦੇ ਬਹੁਤ ਕਸੂਰ ਹੈ ਪੰਜਾਬੀ ਭਾਸ਼ਾਵਾਂ ਨੂੰ ਦੂਰ ਲੈ ਕੇ? ਕੀ ਲੱਗਦਾ ਨਹੀਂ ਕਿਤੇ ਮਾਂ-ਬਾਪ ਜਿਹੜੇ ਨੇ ਪੜ੍ਹੇ ਲਿਖੇ ਮਹਿਸੂਸ ਨਹੀਂ ਕਰਦੇ ਜਦੋਂ ਕਿਤੇ ਬੱਚਾ ਪੰਜਾਬੀ ਬੋਲਦਾ ਵਾ? ਕਿਸ ਤਰ੍ਹਾਂ ਦੀ ਚੀਜ਼ ਨੂੰ? ਦੇਖੋ ਜੀ, ਇਹਦੇ ਵਿੱਚ ਮਾਂ-ਬਾਪ ਦਾ ਕੋਈ ਕਸੂਰ ਨਹੀਂ, ਸਾਡੀ ਸੁਸਾਇਟੀ ਦਾ ਕਸੂਰ ਹੈ। ਕਿਉਂਕਿ ਜੋ ਬੱਚਾ ਦੇਖਦਾ ਉਹੀ ਸਿੱਖਦਾ। ਸਾਡੀ ਸੁਸਾਇਟੀ ਦੇ ਵਿੱਚ ਦੇਖੋ ਥਾਂ-ਥਾਂ 'ਤੇ ਅੱਜ ਕਿਤੇ ਇੰਟਰਵਿਊ ਦੇਣ ਜਾਣਾ ਹੋਵੇ, ਬੱਚੇ ਨੇ ਜੋਬ ਵਾਸਤੇ ਅਪਲਾਈ ਕਰਨਾ ਹੋਵੇ, ਤੇ ਉਹ ਕਹਿਣਗੇ ਤੁਸੀਂ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਣੀ ਹੈ। ਅਵਲ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡੀ ਜਿਹੜੀ ਨੈਸ਼ਨਲ ਲੈਂਗੁਏਜ ਹੈ ਉਹ ਹਿੰਦੀ ਆ, ਜਿਹੜੀ ਸੈਂਟਰ ਵੱਲੋਂ ਨਿਯੁਕਤ ਕੀਤੀ ਗਈ ਹੈ ਨੈਸ਼ਨਲ ਲੈਂਗੁਏਜ, ਤੇ ਉਹ ਨਾ ਨੈਸ਼ਨਲ ਲੈਂਗੁਏਜ 'ਚ ਲੈਂਦੇ ਆ ਤੇ ਨਾ ਹੀ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਲੈਣ ਦਿੰਦੇ ਆ। ਪਰ ਇੱਥੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਮਾਂ-ਬਾਪ ਨੂੰ ਇਸ ਗੱਲ ਦੇ ਉੱਤੇ ਬਿਲਕੁਲ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਖਿੱਤੇ ਦੇ ਨਾਲ ਨਾ ਜੋੜਨ। ਉਹਨਾਂ ਨੂੰ ਮਾਣ ਹੋਣਾ ਚਾਹੀਦਾ, ਇਹ ਉਹ ਪੰਜਾਬੀ ਆ ਜਿਹਨੇ ਗੁਰੂਆਂ ਪੀਰਾਂ ਅਵਤਾਰਾਂ ਨੂੰ ਬੋਲਣ 'ਤੇ ਮਜਬੂਰ ਕੀਤਾ। ਇਹ ਉਹ ਪੰਜਾਬੀ ਆ ਜਿਹੜੀ ਗੁਰੂ ਪੀਰਾਂ ਅਵਤਾਰਾਂ ਨੇ ਅਡਾਪਟ ਕੀਤੀ, ਤੇ ਉਹਨਾਂ ਨੇ ਇਸ
ਭਾਸ਼ਾ ਨੂੰ ਅੱਗੇ ਵਧਾਉਣ ਦੇ ਲਈ ਉਸੇ 'ਚ ਹੀ ਗੁਰਬਾਣੀ ਲਿਖੀ, ਜਿਹੜੀ ਅਸੀਂ ਗੁਰਬਾਣੀ ਰੋਜ਼ ਪੜ੍ਹਦੇ ਆ। ਗੁਰਬਾਣੀ ਤੋਂ ਉੱਪਰ ਤੇ ਕੋਈ ਨਹੀਂ ਨਾ, ਤੇ ਗੁਰਬਾਣੀ ਸਾਰੀ ਆਪਣੀ ਮਾਤ ਭਾਸ਼ਾ ਦੇ ਵਿੱਚ ਲਿਖੀ ਗਈ, ਤੇ ਉਹਦੇ ਵਿੱਚ ਹੋਰ ਵੀ ਭਾਸ਼ਾ ਦਾ ਸੁਮੇਲ ਹੈ। ਗੁਰੂਆਂ ਪੀਰਾਂ ਅਵਤਾਰਾਂ ਨੇ ਇਹੀ ਕੰਮ ਕੀਤਾ ਕਿ ਭਾਸ਼ਾਵਾਂ ਨੂੰ ਵੱਧ ਤੋਂ ਵੱਧ ਸਤਿਕਾਰ ਦਿੱਤਾ ਜਾਵੇ। ਤੇ ਸਾਡੇ ਮਾਂ-ਬਾਪ ਨੂੰ ਵੀ ਇਹੀ ਚਾਹੀਦਾ ਕਿ ਜਿਹੜੇ ਬੱਚਿਆਂ ਨੂੰ ਰੋਕਦੇ ਨੇ ਕਿ ਤੁਸੀਂ ਘੱਟ ਤੋਂ ਘੱਟ ਘਰ ਦੇ ਵਿੱਚ ਐਸਾ ਮਾਹੌਲ ਹੋਵੇ ਕਿ ਵੀ ਪੰਜਾਬੀ ਬੋਲੀ ਜਾਵੇ। ਬਾਹਰ ਚਲੋ ਠੀਕ ਹੈ, ਸਾਡਾ ਨਹੀਂ ਸਰਦਾ, ਬਾਹਰ ਜਿਵੇਂ ਕਾਰਪੋਰੇਟ ਸੈਕਟਰ ਆ ਸਾਰੇ ਪਾਸੇ ਹੈ ਨਾ, ਕਿਤੇ ਵੀ ਜਾਂਦੇ ਆ, ਪਰ ਘੱਟ ਤੋਂ ਘੱਟ ਘਰ ਦੇ ਵਿੱਚ ਸਾਡੇ ਮਾਂ-ਬਾਪ ਆਪਣੇ ਬੱਚਿਆਂ ਨਾਲ ਪੰਜਾਬੀ ਦੇ ਨਾਲ ਗੱਲ ਕਰਨਾ, ਇੰਗਲਿਸ਼ ਦੇ ਵਿੱਚ ਗੱਲ ਨਾ ਕਰਨਾ। ਇੰਗਲਿਸ਼ ਤਾਂ ਚਲੋ ਬਾਹਰ ਦੀ ਭਾਸ਼ਾ, ਜਿਹੜੇ ਗੋਰਿਆਂ ਨੇ ਸਾਰੇ ਵਰਲਡ ਨੂੰ ਗੁਲਾਮ ਕੀਤਾ, ਭਾਸ਼ਾ ਦੇ ਕਰਕੇ ਭਗਤ ਸਿੰਘ ਹੋਰੀ ਕੁਰਬਾਨ ਹੋ ਗਏ, ਭਾਸ਼ਾ ਦੇ ਕਰਕੇ ਲੜੇ, ਆਪਣੀ ਮਾਤ ਭਾਸ਼ਾ ਕਰਕੇ ਲੜੇ, ਤੇ ਉਸ ਮਾਤ ਭਾਸ਼ਾ ਨੂੰ ਅੱਜ ਵੀ ਬਚਾਉਣ ਦੀ ਲੋੜ ਹੈ। ਤੇ ਮੈਨੂੰ ਇਹ ਲੱਗਦਾ ਕਿ ਸਰਕਾਰ ਦਾ ਜਿਹੜਾ ਉਪਰਾਲਾ ਉਹਦੇ ਨਾਲ ਆਮ ਲੋਕ ਬੜੇ ਜ਼ਿਆਦਾ ਇਸ ਤੋਂ ਸੁਚੇਤ ਹੋਣਗੇ ਤੇ ਆਪਣੀ ਮਾਤ ਭਾਸ਼ਾ ਦੇ ਵੱਲ ਫਿਰ ਤੋਂ ਮੁੜ ਆਉਣਗੇ। ਮਨਪ੍ਰੀਤ ਜੀ, ਜਾਂਦੇ ਨਾ ਲਾਸਟ ਇੰਟੂ ਖਤਮ ਕਰਨ ਲੱਗੇ ਆ। ਇੱਕ ਵਾਰੀ ਨਾ ਉਰਦੂ ਜਾਂ ਫਾਰਸੀ ਵਿੱਚ ਸਾਡੇ ਦਰਸ਼ਕਾਂ ਨਾਲ ਸ਼ੇਅਰ ਦੀਆਂ 2 ਲਾਈਨਾਂ ਜ਼ਰੂਰ ਸਾਂਝੀ ਕਰ ਦਿਓ, ਕਿਹੜੀਆਂ ਇਹ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇ ਸਕਦੇ। ਠੀਕ ਹੈ ਜੀ। ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਿ ਜੇਕਰ ਭਾਸ਼ਾ ਦੀ ਗੱਲ ਕਰ ਰਹੀ, ਭਾਸ਼ਾ ਉਦੋਂ ਆਏਗੀ ਜਦੋਂ ਅਸੀਂ ਮੁਹੱਬਤ ਕਰਾਂਗੇ। ਤੇ ਇੱਕ ਸ਼ਾਇਰ ਕਹਿੰਦਾ, ਮੁਹੱਬਤ ਕੇ लिए कुछ खास दिल मखसूस होते हैं, ये वो नगमा है जो हर साज पे गाया नहीं जाता, मोहब्बत असल में वो मखमूरे हकीकत है जो समझ में आ गया है मगर समझाया नहीं जाता। ਸਾਨੂੰ ਪਤਾ ਅਸੀਂ ਇਸ ਪੰਜਾਬ ਦੀ ਧਰਤੀ ਤੇ ਜੰਮੇ ਆ, ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਪਰ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਮੁਹੱਬਤ ਵੀ ਉਹਨੂੰ ਹੁੰਦੀ ਹੈ ਭਾਸ਼ਾ ਦੇ ਨਾਲ ਜੋ ਸਮਝ ਸਕੇ, ਉਹਨੂੰ ਸਮਝਾਇਆ ਨਹੀਂ ਜਾ ਸਕਦਾ, ਕਿਉਂਕਿ ਜੇਕਰ ਬਾਰ-ਬਾਰ ਕਿਸੇ ਨੂੰ ਸਮਝਾਈਏ ਤੇ ਫਿਰ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਉੱਤੇ ਦਬਾਅ ਪੈਣ ਵਾਲੀ ਗੱਲ ਆ। ਤੇ ਭਾਸ਼ਾ ਇੱਕ ਐਸਾ ਖੇਤਰ ਆ, ਕਿਸੇ ਦੇ ਉੱਤੇ ਥੋਪੀ ਨਹੀਂ ਜਾ ਸਕਦੀ। ਜਿਹੜੀ ਭਾਸ਼ਾ ਸਾਨੂੰ ਜਨਮ ਤੋਂ ਮਿਲੀ ਆ ਤੇ ਉਸ ਨੂੰ ਜੇਕਰ ਅਸੀਂ ਕਿਸੇ ਦੇ ਦਬਾਅ ਬਣਾ ਕੇ ਸਿਖਾਈਏ ਤੇ ਫਿਰ ਕੋਈ ਚੰਗੀ ਗੱਲ ਨਹੀਂ ਹੈ। ਸਾਡੇ 'ਚ ਖਾਮੀ ਹੈ, ਇਹ ਸਾਡੇ ਨੌਜਵਾਨੀ 'ਚ ਖਾਮੀ ਹੈ ਕਿ ਵੀ ਪੰਜਾਬੀ, ਜੇਕਰ ਅਸੀਂ ਪੰਜਾਬੀ ਨੂੰ ਅੱਗੇ ਲਿਆਉਣ ਦੀ ਗੱਲ ਕਰਦੇ ਹਾਂ ਤੇ ਸਾਡਾ ਫਰਜ਼ ਬਣਦਾ ਕਿ ਇਹਦੇ ਨਾਲ ਮੁਹੱਬਤ ਕੀਤੀ ਜਾਵੇ। ਮੁਹੱਬਤ ਤੋਂ ਬਗੈਰ ਕੁਛ ਨਹੀਂ। ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਮਨਪ੍ਰੀਤ, ਜਿਹੜੇ ਕਿ ਗੁਰਸਿੱਖ ਨੌਜਵਾਨ ਆ। ਤੁਸੀਂ ਦੇਖਿਆ ਵੀ ਜਿਹੜੀ ਆ ਉਰਦੂ ਤੇ ਫਾਰਸੀ ਭਾਸ਼ਾ ਵਿੱਚ ਇਹ ਨੌਜਵਾਨ ਬੜੀ ਵਧੀਆ ਤਾਲੀਮ ਹਾਸਲ ਕੀਤੀ ਆ ਅਤੇ ਪੰਜਾਬ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਉਹਨੇ ਵੀ ਜਿੱਥੇ ਪੰਜਾਬੀ ਭਾਸ਼ਾ ਨਾਲ ਪਿਆਰ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ, ਉੱਥੇ ਸਾਡੀ ਜਿਹੜੀਆਂ ਪੁਰਾਣੀਆਂ ਭਾਸ਼ਾਵਾਂ ਨੇ ਉਰਦੂ ਤੇ ਫਾਰਸੀ, ਉਹਨਾਂ ਦਾ ਵੀ ਸਾਡੇ ਬੱਚਿਆਂ ਨੂੰ ਜਿਹੜਾ ਗਿਆਨ ਹੋਣਾ ਬਹੁਤ ਜ਼ਰੂਰੀ ਆ। ਇਸ ਕਰਕੇ ਸਾਡੇ ਵੀ ਪੰਜਾਬ ਸਰਕਾਰੀ ਬੇਨਤੀ ਆ ਵੀ ਜਿੱਥੇ ਪੰਜਾਬੀ ਨੂੰ ਇੰਨਾ ਪਿਆਰ ਦੇ ਰਹੇ ਮਾਨ ਸਾਹਿਬ, ਉੱਥੇ ਉਰਦੂ ਤੇ ਫਾਰਸੀ ਭਾਸ਼ਾ ਨੂੰ ਵੀ ਜਿਹੜਾ ਪੰਜਾਬੀ ਵਿੱਚ ਜਿਹੜਾ ਸਾਡੇ ਸਕੂਲ ਦੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਕਿਤਾਬਾਂ ਵਿੱਚ ਜਿਹੜਾ ਗਿਆਨ ਪ੍ਰਾਪਤ ਹੋਣਾ ਚਾਹੀਦਾ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।